ਲੱਗ ਗਿਆ ਸੀ ਜਦੋਂ ਦੀ ਪਰਸੋਂ ਦੀ ਦਿਲ ਤੇ ਦਰਦ ਹੋਈ ਹੈ ਨਾ, ਤੇ ਵਹਿਮ ਬਸ ਡਰ ਪੈ ਗਿਆ ਸੀ ਕਿ ਪਤਾ ਨਹੀਂ ਹੁਣ ਕੀ ਬਣੇਗਾ, ਸ਼ਾਇਦ ਅਟੈਕ ਵਗੈਰਾ ਦੀ ਸ਼ਿਕਾਇਤ ਨਾ ਹੋ ਗਈ ਹੋਵੇ, ਜਿੰਦੀ ਵਜ੍ਹਾ ਤੋਂ ਰਾਤ ਨੂੰ ਨੀਂਦ ਨਹੀਂ ਆਉਂਦੀ, ਬੇਚੈਨੀ। ਵਹਿਮ ਡਿਪਰੈਸ਼ਨ ਖੌਫ ਜ਼ਿਆਦਾ ਹੋ ਗਿਆ, ਉਹਦੀ ਵਜ੍ਹਾ ਸਿਰਫ ਗੈਸ ਹੈ। ਮੇਰੀ ਭੈਣ ਪਰੇਸ਼ਾਨ ਨਾ ਹੋਵੇ, ਮੇਦਾ ਠੀਕ ਹੁੰਦਾ, ਇਹ ਸਾਰਾ ਕੁਝ ਠੀਕ ਹੋ ਜਾਏਗਾ। ਦਿਲ ਦੀ ਦਰਦ ਦੀ ਕਿਹੜੀ ਗੱਲ ਹੋ ਜਾਂਦਾ। ਦੂਜੀ ਗੱਲ ਹੈ ਵਹਿਮ ਤੇ ਤਾਂ ਕਰੋ ਜੇ ਦਰਦ ਦਿਲ ਤੇ ਹੋਵੇ, ਤੇ ਦਿਲ ਤੁਸੀਂ ਜਿੱਥੇ ਹੱਥ ਲਾ ਰਹੇ ਹੋ ਇਹ ਚੀਜ਼ ਹੈ, ਇਹ ਕੰਧੇ ਦੇ ਥੱਲੇ ਇੱਥੇ ਪੱਠੇ ਨਾ ਜਾਂ ਇੱਥੋਂ ਦਬਾਨੇ ਆ ਤਾਂ ਬਸ ਥੋੜਾ ਇਹ ਸਾਈਡ ਹੀ ਕਹਿ ਰਹੇ ਨਾ ਤੁਸੀਂ, ਸਾਈਡ ਦੀ ਗੱਲ ਕਰਦੇ ਪਏ। ਇਹ ਦਿਲ ਦੇ ਪੱਠੇ ਨੇ ਇਸ ਸਾਈਡ ਤੇ ਕਹਿ ਲਓ, ਠੀਕ ਹੈ ਜੀ। ਦਿਲ ਇੱਥੇ ਕਰਕੇ ਸਾਈਡ ਤੇ, ਠੀਕ ਹੈ ਜੀ। ਇਹ ਬਿਲਕੁਲ ਸੈਂਟਰ ਤੋਂ ਥੋੜਾ ਜਿਹਾ ਸਾਈਡ ਤੇ, ਖੱਬੀ ਸਾਈਡ ਤੇ ਨਾ, ਠੀਕ ਹੈ ਜੀ। ਤੇ ਇਹ ਜਿਹੜਾ ਹਿੱਸਾ ਨਾ ਇੱਥੇ ਵੈਸੇ ਖਿੱਚ ਵੱਜਦੀ, ਕੋਈ ਗੈਸ ਗੂਸ ਰੁਕੀ ਹੋਵੇ, ਵੈਸੇ ਕਮਜ਼ੋਰੀ ਹੋ ਜਾਏ, ਕੋਈ ਠੰਡ ਪੱਠੇ ਲੱਗ ਜਾਏ, ਠੀਕ ਹੈ ਜੀ, ਉਹ ਮਸਲਾ ਹੋ ਜਾਂਦਾ। ਇਹ ਜਿਹੜੀ ਇਹ ਹੱਡੀ ਹੁੰਦੀ ਨਾ, ਇਹ ਗੋਲ ਹੱਡੀ, ਠੀਕ ਹੈ ਜੀ। ਕਦੀ ਮਸਲਾ ਬਣੇ ਵੀ ਤੇ ਤੁਸੀਂ ਆਪਣੀ ਬਾਜ਼ੂ ਨੂੰ ਥੱਲੇ ਰੱਖਣਾ ਹੈ, ਤੇ ਤੁਸੀਂ ਇਹਨਾਂ ਦੀ ਇਹ ਜਿਹੜੀ ਹੱਡੀ ਹੁੰਦੀ ਨਾ, ਸਟੈਪ ਬਾਈ ਸਟੈਪ ਦੋ ਉਂਗਲਾਂ ਨਾਲ ਇੰਜ ਨੂੰ ਦਬਾਓ, ਇਸ ਤਰ੍ਹਾਂ ਸਟੈਪ ਬਾਈ ਸਟੈਪ ਕਰਕੇ, ਠੀਕ ਹੈ ਜੀ। ਜੋ ਇਸ ਤਰ੍ਹਾਂ ਦਬਾਓਗੇ ਪੱਠਿਆਂ ਦੀ ਜਿਹੜਾ ਨਾ ਖਿੱਚ, ਉਹਨੂੰ ਥੋੜਾ ਫਰਕ ਪੈ ਜਾਏਗਾ, ਉਹਦੇ ਨਾਲ ਵੀ ਸਕੂਨ ਹੋ ਜਾਂਦਾ ਵਕਤੀ ਤੌਰ ਤੇ, ਠੀਕ ਹੈ ਜੀ। ਇਹ ਹੱਡੀ ਦੇ ਨਾਲ ਨਾਲ ਦਬਾਉਣਾ ਹੁੰਦਾ ਹੈ ਜੀ, ਉਂਗਲਾਂ ਦੇ ਨਾਲ, ਤਿੰਨ ਉਂਗਲਾਂ ਮਾਰ ਕੇ, ਠੀਕ ਹੈ ਜੀ। ਤੁਸੀਂ ਉੱਪਰ ਨਹੀਂ ਮੋਢਾ ਕਰਨਾ, ਤੁਸੀਂ ਐਂ ਟਾਈਟ ਕਰਕੇ ਉਹਨੂੰ ਥੱਲੇ ਰੱਖਣਾ। ਤੇ ਬਾਕੀ ਜਦੋਂ ਅੰਦਰੋਂ ਹੀ ਗੈਸ ਜ਼ਾਬਤ ਨਹੀਂ ਬਣੇਗੀ, ਕੋਈ ਮਸਲਾ ਨਹੀਂ ਬਣੇਗਾ। ਖੱਬੀ ਸਾਈਡ ਤੇ ਮਿਹਦਾ ਹੁੰਦਾ, ਜਦੋਂ ਗੈਸ ਬਹੁਤ ਜ਼ਿਆਦਾ ਹੋਵੇ ਤੇ ਫਿਰ ਉਹਦੀ ਵਜ੍ਹਾ ਤੋਂ ਖਿਚਾਓ ਪੈਂਦਾ, ਤੇ ਠੀਕ ਹੋ ਜਾਏਗਾ, ਪਰੇਸ਼ਾਨ ਨਾ ਹੋ। ਬੀਪੀ ਦੀ ਗੋਲੀ ਸਾਰੀ ਦੀ ਜੇਬ 'ਚ ਰੱਖਣੀ ਹੈ, ਠੀਕ ਹੈ, ਪਰਸ 'ਚ ਰੱਖਣੀ, ਕਦੀ ਨਹੀਂ ਉਹਨੂੰ ਅੱਗੇ ਪਿੱਛੇ ਕਰਨਾ। ਕੋਲੈਸਟਰੋਲ ਦੀਆਂ ਗੋਲੀਆਂ ਤੁਸੀਂ ਸਮਝ ਲਓ ਬੇਸ਼ੱਕ ਜਾਂਦਿਆਂ ਹੀ ਛੱਡ ਦਿਓ, ਕੋਈ ਮਸਲਾ ਨਹੀਂ ਹੁੰਦਾ। ਜ਼ਿੰਦਗੀ ਕੱਲ ਤੋਂ ਅੱਲਾ ਖੈਰ ਕਰਮ ਕਰੇ ਬਿਹਤਰ ਹੋ ਜਾਏਗੀ। ਉਸ ਤੋਂ ਬਾਅਦ ਮਿਹਦੇ ਦੀ ਗੋਲੀ इधर दबाते हैं ना तो दर्द महसूस होता है। अब वो दबाने से जो हो रहा है वो वीकनेस, कमजोरी, पट्टे को बार बार खिंच लगी हुई है, वो ठीक हो जाएगा, मसला कोई नहीं है इंशाल्लाह। मैदे की गोली, शरबत, ये वो भी शरीर जाएंगे ਤੁਹਾਡੇ, ਜਿਵੇਂ ਤੁਹਾਡਾ ਮੈਦਾ ਬਹੁਤ ਅੱਛਾ ਹੈ, ਆਜ਼ਮਾ हर चीज़ अच्छी है, गैस नहीं बनती, मेरी फक्की बार बार खाओ, सुकून हो जाएगा, ठीक है जी। बगैर नमक वाली फक्की दांगे, कोई टेंशन नहीं होती, गैस भी घट जाएगी। तमाम चीज़ां छੱਡ ਦਿਓ, सिर्फ अपनी बीपी ਦੀ ਗੋਲੀ ਅਜੇ ਖਾਈ ਜਾਓ। ਜਦੋਂ ਤੁਹਾਨੂੰ ਚੈੱਕ ਕਰਨਾ ਪਤਾ ਲੱਗੇ ਜੀ ਬੀਪੀ ਦੇ ਥੱਲੇ ਨੂੰ ਜਾ ਰਿਹਾ ਜਾਂ ਲੋ ਹੋ ਰਿਹਾ ਜਾਂ ਹੋ ਹੀ ਨਹੀਂ ਰਿਹਾ, ਤੇ ਗੋਲੀ ਕੋਲ ਜਦੋਂ ਸ਼ੱਕ ਪਵੇ ਖਾ ਲਓ, ਗੱਲ ਖਤਮ। ਤੁਹਾਡੀ ਦਵਾਈ ਨਾਲ ਜਾਰੀ ਰੱਖ ਸਕਨੇ ਗੋਲੀ ਬੀਪੀ ਦੀ? ਹਾਂਜੀ। ਉਹ ਤੇ ਦੇਖੋ, ਜਦੋਂ ਤੁਸੀਂ ਬੀਪੀ ਦੀ ਗੋਲੀ ਖਾ ਕੇ ਦੁੱਧ, ਦਹੀਂ, ਲੱਸੀ, ਚਾਵਲ, ਕੇਲਾ, ਦਲੀਆ, ਆੜੂ, ਸੇਬ ਸਭ ਖਾਈ ਜਾ ਰਹੇ ਹੋ, ਤੇ ਸਾਡੀਆਂ ਦਵਾਈਆਂ 'ਚ ਕਿਹੜੀ ਕੋਈ ਨੋਖੀ ਚੀਜ਼ ਹੈ? ਇਹ ਵੀ ਸਾਰੀਆਂ ਅਸੀਂ ਵੀ ਆ ਅਦਰਕ, ਲਸਣ, ਕੀ ਉਹਨੂੰ ਕਹਿੰਦੇ ਨੇ, ਕਾਲੀ ਮਿਰਚ ਤੇ ਮਗਾ ਤੇ ਉਰੇ ਪਰੇ ਸੌਂਫ ਜ਼ੀਰੇ ਪੀਸ ਕੇ ਦੇਣੇ ਤੁਹਾਨੂੰ। ਅਸੀਂ ਤੇ ਕੁਛ ਹੋਰ ਤੇ ਤੁਹਾਨੂੰ ਕੋਈ ਨੋਖੀ ਚੀਜ਼ ਨਹੀਂ ਦੇਣੀ, ਉਹ ਤੇ ਮਜਬੂਰੀ ਹੈ। ਦੇਖੋ ਬੀਪੀ ਦੀ ਗੋਲੀ ਨੇ ਤੁਹਾਡਾ ਕੋਈ ਬਲੱਡ ਪ੍ਰੈਸ਼ਰ ਠੀਕ ਥੋੜੀ ਕਰ ਰਹੀ ਹੈ, ਉਹਨੇ ਸਿਰਫ ਤੁਹਾਨੂੰ ਕੰਟਰੋਲ ਕਰਨਾ ਨਾ ਜ਼ਬਰਦਸਤੀ, ਕਿ ਖੂਨ ਅਗਰ ਉੱਤੇ ਜਾ ਰਿਹਾ ਤੇ ਉਹ ਧੱਕੇ ਨਾਲ ਥੱਲੇ ਸੁੱਟਣਾ ਬਸ। ਜਾਂ ਤੇ ਉਹ ਕਵਨ ਨਾ ਵੀ ਇਹ ਠੀਕ ਹੋ ਜਾਏਗਾ ਇਹਦੇ ਨਾਲ, ਉਹਨਾਂ ਨੇ ਤੁਹਾਨੂੰ ਠੀਕ ਹੋਣ ਲਈ ਬੀਪੀ ਦੀ ਗੋਲੀ ਨਹੀਂ ਦਿੱਤੀ, ਸਿਰਫ ਕੰਟਰੋਲ ਕਰਨ ਲਈ ਦਿੱਤੀ ਹੈ। ਵੀ ਤੁਸੀਂ ਜੋ ਮਰਜ਼ੀ ਧਸਾ ਧੂਸ ਖਾਈ ਜੋ, ਮੇਦੇ 'ਚ ਗੈਸ ਹੋਵੇ, ਜੋ ਮਰਜ਼ੀ ਹੋਵੇ, ਬੀਪੀ ਉਤਾਂ ਨਾ ਆਵੇ। ਤੇ ਜਦੋਂ ਬੀਪੀ ਉੱਤੇ ਨਹੀਂ ਆਏਗਾ, ਹੌਲੀ ਹੌਲੀ ਤੁਹਾਡੇ ਕੰਧੇ, ਪੱਠੇ, ਦਰਦਾਂ ਇਹ ਸ਼ੁਰੂ ਹੋ ਜਾਣਗੀਆਂ, ਕਿਉਂ ਖੂਨ ਥੱਲੇ ਹੀ ਰਹਿੰਦਾ ਨਾ, ਫਿਰ ਖੂਨ ਦਿਮਾਗ ਨੂੰ ਮਿਲੇਗਾ ਹੀ ਨਹੀਂ। ਬੀਪੀ ਦੀ ਗੋਲੀ ਖਾ ਕੇ ਖੂਨ ਤੇ ਦਿਮਾਗ ਨੂੰ ਆਣ ਹੀ ਨਹੀਂ ਦੇਣਾ ਉਹਨੇ, ਬੀਪੀ ਦੀ ਗੋਲੀ ਨੇ ਨਾ। ਹੁੰਦਾ ਪ੍ਰੈਸ਼ਰ ਖੂਨ ਦਾ ਪੈਣਾ ਕਿ ਖੂਨ ਬੜੀ ਸਪੀਡ ਨਾਲ ਆਉਂਦਾ ਦਿਮਾਗ ਵੱਲ ਤੇ ਫਿਰ ਦਿਲ ਵੱਲ ਜਾਂਦਾ, ਠੀਕ ਹੈ ਜੀ। ਦਿਮਾਗ ਨੂੰ ਜਦੋਂ ਉਹਨੇ ਜਾ ਕੇ ਪੈਣਾ, ਦਿਲ ਦੀ ਧੜਕਨ ਤੇਜ਼ ਹੋਣੀ ਹੈ, ਟੈਨਸ਼ਨ ਹੋਣੀ, ਬੀਪੀ ਦੀ ਉਹ ਨਹੀਂ ਹੋਏਗੀ ਗੋਲੀ ਦੀ ਵਜ੍ਹਾ ਤੋਂ। ਤੇ ਗੋਲੀ ਵਕਤੀ ਤੌਰ ਤੇ ਖਾਓ, ਜਦੋਂ ਤੁਹਾਨੂੰ ਗੈਸ ਹੀ ਨਾ ਹੋਈ, ਗੋਲੀ 'ਚ ਹੱਥ ਵਿੱਚ ਨਹੀਂ ਹੋ ਰਹੀ ਗੈਸ, ਸਕੂਨ 'ਚ ਟੁਰੇ ਫਿਰਦੇ, ਭੱਜੇ ਫਿਰਦੇ, ਕੰਮ ਕਰਦੇ ਪਏ ਹੋ, ਨਾ ਖਾਓ। ਤੁਹਾਨੂੰ ਲੱਗਦਾ ਕੋਈ ਬੀਪੀ ਹੋਣ ਲੱਗਾ, ਸਿਰ ਦਰਦ ਸ਼ੁਰੂ ਹੋਣ ਲੱਗੀ, ਆਪਣੀ ਗੋਲੀ ਖਾ ਲਓ, ਉਹ 10-20 ਮਿੰਟ 'ਚ ਰੋਕ ਦੇਗੀ, ਬਸ। ਪਰੇਸ਼ਾਨ ਨਹੀਂ ਹੋਣਾ। 19 ਸਾਲ ਪੁਰਾਣੀ ਸਿਰ ਦੀ ਦਰਦ ਵੀ ਠੀਕ ਹੋ ਜਾਏਗੀ इंशाल्लाह।